ਹੈਲੋ ਐਂਡ ਵੈਲਕਮ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ। ਅਕਸਰ ਤੁਸੀਂ ਸੁਣਿਆ ਹੋਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ, ਰੰਗਲਾ ਪੰਜਾਬ ਬਣਾਉਣਾ, ਇੱਥੇ ਉਸ ਤਰ੍ਹਾਂ ਦੇ ਅਫਸਰ ਪੈਦਾ ਕਰਨੇ ਆ, ਮੌਕੇ ਪੈਦਾ ਕਰਨੇ ਆ ਤਾਂ ਕਿ ਰਿਵਰਸ ਮਾਈਗ੍ਰੇਸ਼ਨ ਹੋਵੇ। ਵਿਦੇਸ਼ੀ ਧਰਤੀਆਂ ਤੇ ਜਿਹੜੇ ਲੋਕ ਗਏ ਨੇ, ਜਿਹੜੇ ਨੌਜਵਾਨ ਗਏ ਨੇ, ਉਹ ਵਾਪਸ ਆਉਣ ਔਰ ਇੱਥੇ ਆ ਕੇ ਨੌਕਰੀਆਂ ਉਹ ਲੱਭਣ ਤੇ ਉਹਨਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ। ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਰੋਡ ਮੈਪ ਹੈ? ਇਹੀ ਨਹੀਂ, ਉਹਨਾਂ ਦੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਕੋਲੇ NRI ਅਫੇਅਰਸ ਦਾ ਮਹਿਕਮਾ, ਕੀ ਉਹਨਾਂ ਨੂੰ ਪਤਾ ਕਿ ਕਿੰਨੇ ਨੌਜਵਾਨ, ਕਿੰਨੇ ਵਿਅਕਤੀ ਇਟਲੀ ਭੱਜੇ ਜਾਂਦੇ ਨੇ ਉੱਥੇ ਖੇਤਾਂ ਦੇ ਵਿੱਚ, ਉੱਥੇ ਐਗਰੀਕਲਚਰਲ ਫਾਰਮਸ 'ਤੇ ਕੰਮ ਕਰਨ। ਹਾਲਾਂਕਿ ਉਹ ਵੈਜੀਟੇਬਲਸ, ਫਰੂਟਸ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਉਗਾਉਂਦੇ ਨੇ, ਪਰ ਉੱਥੇ ਜਾ ਕੇ ਜ਼ਿਆਦਾ ਕੰਮ ਕਰਨਾ ਪਸੰਦ ਕਰਦੇ ਨੇ ਕਿਉਂਕਿ ਇੱਥੇ ਉਹਨਾਂ ਮਿਹਨਤਾਨਾ ਨਹੀਂ ਮਿਲਦਾ, ਉਹਨੇ ਪੈਸੇ ਨਹੀਂ ਮਿਲਦੇ। ਸੁਪਰੀਮ ਕੋਰਟ ਨੇ ਅੱਜ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਤਾ। ਉਹਨਾਂ ਨੇ ਦਿੱਲੀ ਪੁਲਿਸ ਨੂੰ ਪੁੱਛਿਆ ਕਿ ਜੰਤਰ ਮੰਤਰ ਤੇ ਰੈਸਲਰਸ ਬੈਠੇ ਹੋਏ ਨੇ, ਪਹਿਲਵਾਨ ਬੈਠੇ ਹੋਏ ਨੇ, ਉਹ ਪਹਿਲਵਾਨ ਜਿਨ੍ਹਾਂ ਨੇ ਓਲੰਪਿਕਸ ਦੇ ਵਿੱਚ, ਜਿਨ੍ਹਾਂ ਨੇ ਕਾਮਨਵੈਲਥ ਗੇਮਸ ਦੇ ਵਿੱਚ, ਏਸ਼ੀਅਨ ਗੇਮਸ ਦੇ ਵਿੱਚ ਮੈਡਲਸ ਲੈ ਕੇ ਆਉਂਦੇ ਨੇ, ਤਗਮੇ ਲੈ ਕੇ ਆਉਂਦੇ ਨੇ, ਭਾਰਤ ਦਾ ਨਾਂ ਉੱਚਾ ਕੀਤਾ, ਤੇ ਇੱਕ FIR ਦਰਜ ਕਰਵਾਉਣ ਲਈ ਉਹਨਾਂ ਨੂੰ ਜੰਤਰ ਮੰਤਰ ਤੇ ਦੁਬਾਰਾ ਬਹਿਣਾ ਪੈਂਦਾ। ਕਾਰਨ ਕੀ ਹੈ ਇਸ ਦਾ ਦੱਸੋ? ਔਰ ਉਹਨਾਂ ਦੇ ਇਲਜ਼ਾਮ ਕਿਸ ਤੇ ਨੇ? ਭਾਰਤੀ ਜਨਤਾ ਪਾਰਟੀ ਦੇ MP ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ। ਤੇ ਤੀਸਰਾ ਮਾਮਲਾ ਜਿਹੜਾ ਅਸੀਂ ਅੱਜ ਵਿਚਾਰ ਕਰਾਂਗੇ ਉਹ ਹੋਏਗਾ ਭਾਰਤ ਤੇ ਚੀਨ ਦੇ ਵਿੱਚ 18ਵੇਂ ਗੇੜ ਦੀ ਜਿਹੜੀ ਗੱਲਬਾਤ ਸੀ, ਇੱਕ ਵਾਰੀ ਫੇਰ ਬਗੈਰ ਕਿਸੇ ਸਿੱਟੇ ਤੋਂ ਖਤਮ ਹੋ ਗਈ ਆ। ਕੀ ਹੁਣ ਹਜੇ ਵੀ ਚੀਨ ਤੇ ਭਾਰਤ ਦੇ ਵਿੱਚ ਆਪਸ ਦੇ ਵਿੱਚ ਟੈਨਸ਼ਨ ਬਣੀ ਰਹੇਗੀ? ਕਿੰਨੇ ਪੈਟਰੋਲਿੰਗ ਇਸ ਤਰ੍ਹਾਂ ਦੇ ਪੁਆਇੰਟਸ ਨੇ ਜਿੱਥੇ ਭਾਰਤ ਦੀਆਂ ਫੌਜਾਂ ਨਹੀਂ ਜਾ ਸਕਣਗੀਆਂ? ਪਾਰਲੀਮੈਂਟ ਦੇ ਵਿੱਚ ਇਹ ਮਾਮਲਾ ਨਹੀਂ ਡਿਸਕਸ ਕੀਤਾ ਜਾ ਰਿਹਾ, ਪਰ ਆਪੋਜੀਸ਼ਨ ਪਾਰਟੀਆਂ ਲਗਾਤਾਰ ਭਾਰਤ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ। ਇਸ ਬਾਰੇ ਵੀ ਗੱਲ ਕਰਾਂਗੇ। ਇੱਕ ਭਾਰਤੀ ਜਰਨਲਿਸਟ ਤੇ 3 ਫੋਰਨ ਦੀਆਂ ਜਰਨਲਿਸਟ, 4 ਔਰਤਾਂ ਨੇ ਮਿਲ ਕੇ ਲਗਭਗ 1 ਸਾਲ ਇਨਵੈਸਟੀਗੇਸ਼ਨ ਕੀਤੀ ਔਰ ਇਸ ਇਨਵੈਸਟੀਗੇਸ਼ਨ, ਇਸ ਜਾਂਚ ਦੇ ਦੌਰਾਨ, ਇਹ ਜਰਨਲਿਜ਼ਮ ਦੇ ਦੌਰਾਨ ਉਹਨਾਂ ਨੇ ਪਾਇਆ ਕਿ ਬਹੁਤ ਸਾਰੇ ਪੰਜਾਬ ਦੇ ਲੋਕ ਖਾਸ ਤੌਰ ਤੇ ਇਟਲੀ ਜਾ ਰਹੇ ਨੇ। ਆਪਾਂ ਅਕਸਰ ਸੁਣਿਆ ਕੋਈ UK, US, ਕੈਨੇਡਾ, ਆਸਟ੍ਰੇਲੀਆ, ਇਹਨਾਂ ਧਰਤੀਆਂ ਤੇ ਜਾਂਦਾ, ਇਟਲੀ ਦੇ ਵਿੱਚ ਫੇਰ ਜਾਣ ਲੱਗ ਪਏ ਆ। ਔਰ ਵੈਸੇ ਮੈਂ ਤੁਹਾਨੂੰ ਦੱਸਦਾ, ਇਹ ਜਿਹੜੀ ਰਿਪੋਰਟ ਆ ਇਹ 12 ਤੋਂ 15 ਸੀਰੀਜ਼ ਦੇ ਵਿੱਚ ਛਪੀ ਆ ਔਰ ਇਹ ਇਕੱਲੀ ਭਾਰਤੀ ਕਿਸੇ ਨਿਊਜ਼ਪੇਪਰ 'ਚ ਨਹੀਂ ਛਪੀ। ਭਾਰਤ ਦੇ ਵਿੱਚ ਦ ਵਾਇਰ ਦੇ ਵਿੱਚ ਤਾਂ ਛਪੀ ਆ, ਇਰਪੀ ਮੀਡੀਆ ਇਟਲੀ ਉੱਥੇ ਵੀ ਛਪੀ ਆ, ਡੈਨ ਵਾਚ ਇਹ ਡੈਨਮਾਰਕ ਤੇ ਸਵੀਡਨ ਦੇ ਵਿੱਚ ਵੀ ਛਪੀ ਆ, ਅਲ ਜਜ਼ੀਰਾ ਮਿਡਲ ਈਸਟ ਤੇ ਕਤਰ ਦੇ ਵਿੱਚ ਵੀ ਛਪੀ ਆ, ਦ ਵਾਇਰ ਦਾ ਵਿੱਚ ਦੱਸ ਹੀ ਦਿੱਤਾ ਤੁਹਾਨੂੰ ਇੰਡੀਆ ਦੇ ਵਿੱਚ ਛਪੀ ਆ, ਔਰ ਐਲ ਪਾਇਸ ਇਹ ਸਪੇਨ ਦੇ ਵਿੱਚ ਵੀ ਛਪੀ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਰਮਨੀ ਦੇ ਵਿੱਚ ਵੀ ਛਪੇਗੀ। ਦਰਅਸਲ ਯੂਰਪੀਅਨ ਯੂਨੀਅਨ ਨੇ ਜਰਨਲਿਜ਼ਮ ਦੀ ਫੰਡਿੰਗ ਕੀਤੀ। ਫੰਡਿੰਗ ਕਰਕੇ ਉਹਨਾਂ ਨੇ 4 ਜਰਨਲਿਸਟ ਨੂੰ ਅੱਗੇ ਲੈ ਕੇ ਆਂਦਾ ਕਿ ਤੁਸੀਂ ਦੇਖੋ ਕਿ ਪੰਜਾਬ ਤੋਂ ਜਿਹੜੀ ਚੀਜ਼ ਦੀ ਫਿਕਰ ਪੰਜਾਬ 'ਚ ਹੋਣੀ ਚਾਹੀਦੀ, ਪੰਜਾਬ ਦੀ ਸਰਕਾਰ ਨੂੰ ਹੋਣੀ ਚਾਹੀਦੀ ਸੀ, ਉਹ ਫਿਕਰ ਆ ਯੂਰਪੀਅਨ ਯੂਨੀਅਨ ਦੀ ਇੱਕ ਜਰਨਲਿਜ਼ਮ ਦੀ ਫੰਡਿੰਗ, ਇਹ ਏਜੰਸੀ ਦੀ। ਉਹਨਾਂ ਨੇ ਇਹ ਫੰਡਿੰਗ ਕੀਤੀ ਔਰ ਫੰਡਿੰਗ ਕੀਤੀ ਵੀ ਕਿਹਨਾਂ ਨੂੰ, ਇਹ ਵੀ ਤੁਸੀਂ ਦੇਖੋ। ਇਹ ਕੀਤੀ ਹੈ ਸਾਰੀ ਦ ਵਾਇਰ ਨੂੰ ਕੀਤੀ ਹੈ, ਇਰਪੀ ਮੀਡੀਆ ਇਟਲੀ ਨੂੰ ਕੀਤੀ ਆ, ਡੈਨ ਵਾਚ ਜਿਹੜਾ ਡੈਨਮਾਰਕ ਤੇ ਸਵੀਡਨ ਦਾ। ਇਹ ਤਾਂ ਹੋ ਗਿਆ ਕਿ ਇਹ ਸ਼ੁਰੂਆਤ ਕਿਸ ਤਰ੍ਹਾਂ ਹੋਈ। ਹੁਣ ਇਹਦੀ ਫੰਡਿੰਗ ਹੋਣ ਦਾ ਕਾਰਨ ਕੀ ਬਣਿਆ? ਦਰਅਸਲ ਇਹ ਲੋਕ ਸਾਰੇ ਟਰੈਵਲ ਕੀਤੇ, ਇੱਥੇ ਪੰਜਾਬ ਦੇ ਵਿੱਚ ਆਏ ਤੇ ਇਹਨਾਂ ਨੇ ਕਾਰਨ ਲੱਭੇ ਕਿ ਕਿਉਂ ਪੰਜਾਬ ਦੇ ਨੌਜਵਾਨ ਇਟਲੀ ਦੇ ਵਿੱਚ ਆਪਣੀਆਂ ਜਾਨਾਂ ਜੋਖਮ ਦੇ ਵਿੱਚ ਪਾ ਕੇ, ਮੁਸ਼ਕਲਾਂ ਦੇ ਵਿੱਚ ਪਾ ਕੇ ਕਿਉਂ ਇਟਲੀ ਜਾ ਰਹੇ ਨੇ। ਔਰ ਬੜੇ ਹੈਰਾਨ ਕਰਨ ਵਾਲੇ ਅੰਕੜੇ ਆ ਉਹ ਜਿਹੜੇ ਸਾਡੇ ਸਾਹਮਣੇ ਆਏ ਆ। ਇਹ ਉੱਥੇ ਜਾ ਕੇ ਫਾਰਮਾਂ ਤੇ ਕੰਮ ਕਰਦੇ ਨੇ। ਵੈਸੇ ਮੈਂ ਤੁਹਾਨੂੰ ਦੱਸਦਾ, ਪੰਜਾਬ ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ, ਉੱਥੇ ਇਟਲੀ ਦੇ ਵਿੱਚ ਵੀ ਖੇਤੀ ਹੁੰਦੀ ਹੈ, ਪਰ ਖੇਤੀ ਹੁੰਦੀ ਹੈ ਹੋਰ ਤਰ੍ਹਾਂ ਦੀ। ਨਿਊਜ਼ੀਲੈਂਡ ਤੋਂ ਬਾਅਦ ਜਿਹੜਾ ਇਟਲੀ ਹੈ, ਇਹ ਮੇਨ ਦੁਨੀਆ ਦਾ ਇੱਕ ਇੱਦਾਂ ਦਾ ਸ਼ਹਿਰ ਹੈ ਜਾਂ ਇੱਕ ਇੱਦਾਂ ਦਾ ਮੁਲਕ ਹੈ ਜਿੱਥੋਂ ਕੀਵੀ ਸਪਲਾਈ ਕੀਤੀ ਜਾਂਦੀ ਹੈ। ਉੱਥੇ ਫਰੂਟਸ ਦੀ, ਵੈਜੀਟੇਬਲਸ ਦੀ, ਸੈਲਡਸ ਦੀ, ਗ੍ਰੇਪਸ ਦੀ ਵਾਈਨਰੀਜ਼ ਨੇ ਉੱਥੇ, ਇਸੇ ਤਰ੍ਹਾਂ ਬੈਰੀਜ਼ ਨੇ, ਇਸੇ ਤਰ੍ਹਾਂ ਤੁਸੀਂ ਦੇਖੋ ਕੀਵੀ ਫਰੂਟ ਦੇ ਉੱਥੇ ਬਹੁਤ ਵੱਡੇ ਵੱਡੇ ਫਾਰਮਸ ਨੇ, ਉਹਨਾਂ ਦੀ ਖੇਤੀ ਹੁੰਦੀ ਹੈ। ਇਹ ਸਾਰਾ ਕੁਝ ਉੱਥੇ
ਇਟਲੀ ਦੇ ਵਿੱਚ ਹੁੰਦਾ, ਔਰ ਖਾਸ ਤੌਰ ਤੇ ਉੱਥੇ ਲੈਜ਼ੀਓ ਤੇ ਲੈਤੀਨਾ, ਇਹ ਦੋ ਉੱਥੋਂ ਦੇ ਇਲਾਕੇ ਨੇ ਜਿੱਥੇ ਇਹ ਖੇਤੀ ਬਹੁਤ ਵੱਧ ਹੁੰਦੀ ਆ। ਔਰ ਪੰਜਾਬ ਦੇ ਨੌਜਵਾਨਾਂ ਨੂੰ ਭਰਮਾ ਕੇ ਉੱਥੇ ਲੈ ਕੇ ਜਾਇਆ ਜਾਂਦਾ, ਜਿਹੜੇ ਕੇਵਲ 13-14 ਲੱਖ ਰੁਪਇਆ ਦੇ ਕੇ ਟਰੈਵਲ ਏਜੰਟਸ ਨੂੰ ਆਪਣੀਆਂ ਜਾਨਾਂ ਮੁਸ਼ਕਿਲ 'ਚ ਪਾ ਦਿੰਦੇ ਨੇ। ਔਰ ਤੁਸੀਂ ਦੇਖੋ, ਤੁਸੀਂ ਅਕਸਰ ਸੁਣਿਆ ਹੋਣਾ ਕਿ ਉੱਥੇ ਡੋਂਕੀਜ਼ ਲੱਗਦੀਆਂ ਨੇ। ਇਹ ਪੁਰਾਣੀਆਂ ਗੱਲਾਂ ਹੋ ਗਈਆਂ ਸੀ, ਪਰ ਇਹ ਗੱਲਾਂ ਅੱਜ ਵੀ ਜਾਰੀ ਆ। ਔਰ ਕਿਸ ਤਰ੍ਹਾਂ ਇਹ ਨੌਜਵਾਨ ਜਾਂਦੇ ਨੇ, ਪੈਸੇ ਦੇ ਕੇ ਜਾਂਦੇ ਨੇ, ਪਹਿਲਾਂ ਇੱਥੋਂ ਦੁਬਈ ਜਾਂਦੇ ਨੇ, ਫਿਰ ਰੋਮਾਨੀਆ ਜਾਂਦੇ ਨੇ, ਜੇ ਬਾਈ ਰੋਡ ਲੈ ਕੇ ਜਾਣਾ ਹੋਵੇ ਤਾਂ ਫਿਰ ਰੋਮਾਨੀਆ ਜਾਂਦੇ ਨੇ, ਤੇ ਜੇ ਇਹਨਾਂ ਨੇ ਕਿਸੇ ਸੀ ਰੂਟ ਤੋਂ ਜਾਣਾ ਫਿਰ ਇਹ ਸਰਬੀਆ ਜਾਂਦੇ ਨੇ। ਤੁਸੀਂ ਦੇਖੋ ਇੰਨਾ ਮਾੜਾ ਹਾਲ ਹੋ ਗਿਆ, ਔਰ ਉੱਥੇ ਇੰਨੀਆਂ ਘਟਨਾਵਾਂ ਵਾਪਰ ਗਈਆਂ ਜਿਹੜੀਆਂ ਇਹਨਾਂ ਨੇ ਤਹਿਕੀਕਾਤ ਕੀਤੀ ਆ। ਉਸ ਦੇ ਵਿੱਚ ਇਹ ਚੀਜ਼ ਆਈ ਹੈ ਕਿ 1 ਜਨਵਰੀ ਸਨ 2023 ਨੂੰ ਸਰਬੀਆ ਦੇ ਵਿੱਚ ਅਸੀਂ ਬਗੈਰ ਵੀਜ਼ੇ ਤੋਂ ਜਾ ਸਕਦੇ ਸੀ, ਪਰ ਸਰਬੀਆ ਨੇ ਸਾਡਾ ਫ੍ਰੀ ਐਂਟਰੀ ਹੈ ਜਿਹੜੀ ਵੀਜ਼ੇ ਤੋਂ, ਉਹ ਖਤਮ ਹੀ ਕਰਤੀ, ਬੰਦ ਕਰਤੀ। ਇਸ ਕਰਕੇ ਕਿਉਂਕਿ ਦਿਨ ਬ ਦਿਨ ਉੱਥੇ ਘਟਨਾਵਾਂ ਵੱਧ ਰਹੀਆਂ ਸੀ। ਤੇ ਇਹ ਡੋਂਕੀਸ ਨੂੰ ਕੰਟਰੋਲ ਕੌਣ ਕਰ ਰਿਹਾ? ਪਾਕਿਸਤਾਨ ਦੇ ਹੈਂਡਲਰਸ, ਪੰਜਾਬ ਦੇ, ਉੱਥੋਂ ਦੇ ਪਾਕਿਸਤਾਨ ਪੰਜਾਬ ਦੇ, ਇਹ ਇਹਨਾਂ ਤੋਂ ਪੈਸੇ ਲੈਂਦੇ ਨੇ, ਇੱਥੋਂ ਦੁਬਈ ਦਾ ਤੇ ਉਸ ਤੋਂ ਬਾਅਦ ਅੱਗੇ ਲੈ ਕੇ ਜਾਣ ਦਾ। ਟੋਟਲ 13 ਤੋਂ 14 ਲੱਖ। ਔਰ ਮੈਂ ਇਹ ਵੀ ਦੱਸਦਾ ਕਿ ਇਹ ਸਾਰੇ ਉਹ ਨੇ ਜਿਹੜੇ ਆਪਣਾ ਆਇਲਸ ਦਾ ਟੈਸਟ ਕਲੀਅਰ ਨਹੀਂ ਕਰ ਸਕਦੇ, ਥੋੜੇ ਪੜ੍ਹਾਈ 'ਚ ਕਮਜ਼ੋਰ ਨੇ, ਜਾਂ ਇਹਨਾਂ ਕੋਲੇ ਜਿਹੜੀਆਂ ਐਕੈਡਮਿਕ ਡਿਗਰੀਜ਼ ਨੇ ਉਹ ਬਹੁਤ ਜ਼ਿਆਦਾ ਨਹੀਂ ਆ। ਜਿਹੜਾ ਕਿ ਆਇਲਸ ਦੀ ਮੈਂ ਤੁਹਾਨੂੰ ਗੱਲ ਦੱਸੀ ਆ, ਉਹ ਇਹਨਾਂ ਨੂੰ ਲੱਗਦਾ ਕਿ ਅਸੀਂ ਉੱਥੇ ਜਾ ਕੇ ਸ਼ਾਇਦ ਇਹ ਕਮੀ ਪੂਰੀ ਕਰ ਲਾਂਗੇ, ਪੈਸੇ ਕਮਾ ਲਾਂਗੇ, ਪਰ ਉੱਥੇ ਇਹਨਾਂ ਨਾਲ ਇੰਨਾ ਗੈਰ ਮਨੁੱਖੀ ਵਿਵਹਾਰ ਹੁੰਦਾ, ਇਹਨਾਂ ਦੇ ਹਿਊਮਨ ਰਾਈਟਸ ਦਾ ਇੰਨਾ ਘਾਣ ਹੁੰਦਾ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਈਵਨ ਇਟਲੀ ਦੇ ਉੱਥੇ ਲੋਕ, ਉੱਥੋਂ ਦਾ ਇੱਕ ਵਿਅਕਤੀ ਆ, ਰਿਸਰਚਰ ਆ, ਜਿਹਦਾ ਨਾਮ ਹੈ ਮਾਰਕੋ ਓਮੀਜ਼ੋਲੋ। ਮਾਰਕੋ ਓਮੀਜ਼ੋਲੋ ਨੇ ਖੁਦ ਫਾਰਮ ਤੇ ਜਾ ਕੇ 3 ਮਹੀਨੇ ਕੰਮ ਕੀਤਾ, PhD ਦੇ ਵਿੱਚ। ਵੈਸੇ ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਉਹ ਐਨਰੋਲ ਸੀ। ਜਦੋਂ ਉਹਨੇ ਦੇਖਿਆ ਕਿ ਇਹ ਪੰਜਾਬ ਤੋਂ ਲੋਕ ਆ ਕਿਉਂ ਰਹੇ ਨੇ, ਤੇ ਆ ਕੇ ਜਦੋਂ ਪਤਾ ਲੱਗਾ ਤੇ ਉਹਨਾਂ ਦੀ ਜੋ ਐਕਸਪਲੋਇਟੇਸ਼ਨ ਹੋ ਰਹੀ ਆ, ਚਾਹੇ ਉਹਨਾਂ ਨੂੰ ਪੈਸੇ ਦੇਣ ਦੇ ਮਾਮਲੇ ਦੇ ਵਿੱਚ, ਚਾਹੇ ਉਹਨਾਂ ਦੀਆਂ ਕੰਡੀਸ਼ਨ, ਉਸ ਤੋਂ ਪਹਿਲਾਂ ਜਿਹੜੀਆਂ ਡੋਂਕੀਜ਼ ਲੱਗਦੀਆਂ ਨੇ, ਜਿਹੜੀਆਂ ਬਖਤਰਬੰਦ ਗੱਡੀਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ, ਬਿਲਕੁਲ ਜਿਸ ਤਰ੍ਹਾਂ ਤੁਸੀਂ ਅਕਸਰ ਬੈਂਕ ਦੀਆਂ ਗੱਡੀਆਂ ਦੇਖੀਆਂ ਹੋਣਗੀਆਂ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪੈਸੇ ਲੈ ਕੇ ਜਾਏ ਜਾਂਦੇ ਨੇ, ਇਸ ਤਰ੍ਹਾਂ ਦੀਆਂ ਗੱਡੀਆਂ। ਕੋਈ ਹਵਾ ਨਹੀਂ, ਕਿਸੇ ਤਰ੍ਹਾਂ ਦੀ ਕੋਈ ਲਾਈਟ ਨਹੀਂ ਆਉਂਦੀ, ਕੋਈ ਧੁੱਪ ਨਹੀਂ ਆਉਂਦੀ, ਅੰਦਰ ਤੁਸੀਂ 15-15 ਘੰਟੇ ਸਫ਼ਰ ਕਰਦੇ ਹੋ। ਔਰ ਇਸੇ ਦੌਰਾਨ ਕਈ ਵਿਅਕਤੀਆਂ ਦੀ ਮੌਤ ਹੋ ਜਾਂਦੀ ਆ, ਕਿਉਂਕਿ ਉਹਨਾਂ ਦੀਆਂ ਸਾਰਾ ਕੁਝ ਰੈਕਟ ਤੇ ਨਹੀਂ ਹੁੰਦਾ, ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ। ਇਹ ਸਾਰੀਆਂ ਚੀਜ਼ਾਂ ਆਈਆਂ ਨੇ ਇਸ ਇਨਵੈਸਟੀਗੇਸ਼ਨ ਰਿਪੋਰਟਸ ਦੇ ਵਿੱਚ, ਔਰ ਇਹ ਸਾਹਮਣੇ ਇਸ ਕਰਕੇ ਆਈਆਂ ਕਿਉਂਕਿ ਇੱਕ ਇੰਟਰਨੈਸ਼ਨਲ ਏਜੰਸੀ ਨੇ, ਤੁਸੀਂ ਯੂਰਪੀਅਨ ਯੂਨੀਅਨ ਕਹਿ ਲਓ, ਉਹਨਾਂ ਨੇ ਇਹ ਸਾਰਾ ਜਰਨਲਿਜ਼ਮ ਨੂੰ, ਇਸ ਰਿਪੋਰਟ ਨੂੰ ਫੰਡਿੰਗ ਕੀਤੀ ਆ। ਇਹ ਗੱਲ ਜਦੋਂ ਕੁਲਦੀਪ ਸਿੰਘ ਢਾਲੀਵਾਲ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ, ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਥੋਂ ਇਟਲੀ ਜਾ ਰਹੇ ਨੇ ਨੌਜਵਾਨ, ਇੰਨੇ ਪੈਸੇ ਦੇ ਕੇ ਜਾ ਰਹੇ ਨੇ, ਆਪਣੀ ਜਾਨ ਜੋਖਮ 'ਚ ਪਾ ਰਹੇ ਨੇ। ਇੱਥੋਂ ਤੱਕ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇਹਨਾਂ ਹੀ ਰਿਪੋਰਟਰਸ ਵੱਲੋਂ ਕਿ ਤੁਸੀਂ ਕਰ ਕੀ ਰਹੇ ਹੋ, ਕਹਿੰਦੇ ਜੀ ਮੇਰੇ ਤਾਂ ਧਿਆਨ 'ਚ ਹੀ ਪਹਿਲੀ ਵਾਰੀ ਆਇਆ, ਹੁਣ ਮੈਂ ਇਸ 'ਤੇ ਕੋਈ ਤਹਿਕੀਕਾਤ ਕਰੂੰਗਾ। ਔਰ ਮੈਨੂੰ ਲੱਗਦਾ ਤਹਿਕੀਕਾਤ ਕਰਨ ਦੀ ਉਹਨਾਂ ਨੂੰ ਲੋੜ ਨਹੀਂ, ਪਹਿਲਾਂ ਤਾਂ ਰਿਪੋਰਟਸ ਪੜ੍ਹਨ ਤੇ ਫਿਰ ਇਮੀਡੀਏਟਲੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ, ਭਾਰਤ ਸਰਕਾਰ ਨਾਲ ਇਹ ਸਾਰੇ ਮਾਮਲੇ ਟੇਕ ਅਪ ਕਰਨ, ਕਿਉਂਕਿ ਇਹ ਜਿਹੜੇ ਜਾਂਦੇ ਨੇ ਇਸ ਕਰਕੇ ਜਾਂਦੇ ਨੇ ਕਿਉਂਕਿ ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਪੈਸੇ ਨਹੀਂ ਮਿਲਦੇ, ਐਕਸਪਲੋਇਟੇਸ਼ਨ ਆ। ਸੋ ਰੰਗਲਾ ਪੰਜਾਬ ਤਾਂ ਤੁਸੀਂ ਇੱਥੇ ਬਣਾਓ, ਪਰ ਦੇਖੋ ਤਾਂ ਸਹੀ ਸਥਿਤੀ ਤੁਸੀਂ ਰੋਕੋਗੇ ਕਿੱਦਾਂ? ਕੀ ਤੁਹਾਡੇ ਕੋਲ ਇਸ ਲਈ ਕਿਸੇ ਤਰ੍ਹਾਂ ਦਾ ਕੋਈ ਰੋਡ ਮੈਪ ਹੈ? ਇਹ ਤੁਸੀਂ ਸਾਰੇ ਜਿਹੜੀਆਂ ਰਿਪੋਰਟਸ ਆ ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਔਰ ਵਾਕਿਆ ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਇੱਕ ਚੀਜ਼ ਤੁਹਾਡੇ ਲਈ ਇਹ ਪੇਸ਼ ਕਰ ਸਕੀਏ ਜਾਂ ਤੁਹਾਨੂੰ ਦੱਸ ਸਕੀਏ, ਪਰ ਜਦੋਂ ਪੜ੍ਹਦੇ ਹੋ ਤੇ ਫਿਰ ਪਤਾ ਲੱਗਦਾ ਕਿ ਅੱਜ ਵੀ ਹਾਲਾਤ ਕੋਈ ਸੁਧਰੇ ਨਹੀਂ ਆ। ਔਰ ਜਦੋਂ ਉਹਨਾਂ ਵਿਅਕਤੀਆਂ ਨਾਲ ਗੱਲ ਕਰੋ, ਉਹ ਕਹਿੰਦੇ ਜੀ ਇਸ ਤੋਂ ਚੰਗਾ ਮਰ ਜਾਣਾ ਚੰਗਾ। ਉਹ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਜੋਖਮ 'ਚ ਇਸ ਕਰਕੇ ਪਾਉਂਦੇ ਆ ਕਿ ਇੱਥੇ ਵੀ ਜਿਹੜੇ ਹਾਲਾਤ ਨੇ ਉਹ ਕੋਈ ਰਹਿਣ ਜੋਗੇ ਨਹੀਂ ਆ। ਕੋਈ ਵੀ ਹਾਲਾਤ ਜਦੋਂ ਰਹਿਣ ਜੋਗੇ ਨਾ ਹੋਣ ਤੇ ਇਸ ਤਰ੍ਹਾਂ ਦੇ ਰਿਸਕ ਲੈਣੇ ਪੈਂਦੇ ਆ। ਸੋ ਇਹ ਪੰਜਾਬ ਨੇ ਦੇਖਣਾ ਕਿ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਰੋਕਣਾ, ਤੇ ਤੁਹਾਡੇ ਕੋਲ ਰੋਡ ਮੈਪ ਵੀ ਚਾਹੀਦਾ ਕਿ ਅਸੀਂ ਇਹਨੂੰ ਰੰਗਲਾ ਪੰਜਾਬ ਬਣਾਉਣਾ ਕਿਸ ਤਰ੍ਹਾਂ। ਸੁਪਰੀਮ ਕੋਰਟ ਨੇ ਅੱਜ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਤਾ। ਉਹ ਨੋਟਿਸ ਇਸ ਕਰਕੇ ਜਾਰੀ ਕੀਤਾ ਕਿਉਂਕਿ ਪਿਛਲੇ ਐਤਵਾਰ ਤੋਂ ਰੈਸਲਰਸ ਨੈਸ਼ਨਲ ਲੈਵਲ ਦੇ, ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਨੇ ਓਲੰਪਿਕਸ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ, ਏਸ਼ੀਅਨ ਗੇਮਸ ਦੇ ਵਿੱਚ ਮੈਡਲ ਜਿੱਤੇ ਹੋਏ ਨੇ,
ਉਹਨਾਂ ਨੇ ਪਿਛਲੇ ਦਿਨਾਂ ਤੋਂ ਧਰਨਾ ਲਾ ਰੱਖਿਆ, ਪਿਛਲੇ ਬੀਤੇ ਐਤਵਾਰ ਤੋਂ। ਉਹ ਕਹਿੰਦੇ ਕਿ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਔਰ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੇ, ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਇਹ ਸੈਕਸੁਅਲੀ ਇਹਨਾਂ ਰੈਸਲਰਸ ਨੂੰ या इन्ह खिलाड़ियों को एक्सप्लॉइट करते सी। हमारी लड़ाई है कि हमने जो कंप्लेंट्स दी है लड़कियों ने सेक्सुअल हरासमेंट की ब्रजभूषण शरण के खिलाफ, उसके ऊपर एफआईआर दर्ज हो, उनको अरेस्ट किया जाए और उसके बाद में पुलिस जो भी उचित कार्रवाई समझती है, जितना भी इन्वेस्टिगेशन करना है वो करे और देश की उच्च न्यायालय हमें न्याय दिलवाए। ये हमारी लड़ाई है। इन्हां दा यौन उत्पीड़न करते सी, ये सारा मामला आया और ये पहली बारी उन्होंने धरना नहीं लाया। जनवरी के महीने दे विच भी इन्होंने धरना लाया सी, पर किसी ने कोई गल नहीं सी सुनी। उस वक्त अनुराग ठाकुर जिहड़े स्पोर्ट्स मिनिस्टर भी ने, उन्होंने भरोसा जरूर दिता सी, एक ओवरसाइट कमेटी बनाती सी कि असी तुहाडी ये सारी समस्या देखांगे, पर वो जो रिपोर्ट आई, हजे तक वैसे रिपोर्ट जनतक नहीं की गई, पर खिलाड़ियों को पता लग गया कि रिपोर्ट उन्होंने हक दे विच नहीं गई। इसे करके वो सुप्रीम कोर्ट दे विच गए और सुप्रीम कोर्ट दे विच चीफ जस्टिस DY चंद्रचूड़ ते उन्हां दे नाल जस्टिस PS नरसिम्हा, इन्हां ने दिल्ली पुलिस नूं पुछया कि की कारण आ, तुसीं सानूं दसो। पहलां तां कपिल सिब्बल जिहड़े इन्हां रैसलर्स दे वकील ने, उन्होंने दस्सिया कि एक FIR नहीं दर्ज हुंदी। तुसीं देखो मामला इन्ना सीधा नहीं आ, लगदा तां केवल एक FIR दा, पर जदों इन्ने ताकतवर BJP दे MP दे खिलाफ एक मामला दर्ज करना होवे ते किन्नी वड्डी गल बन जांदी है। सो हुण देखदे आ, ये सारे खिलाड़ी 7 खिलाड़ी ने जिन्हां ने ये पटीशन फाइल की है, उन्हां चों एक माइनर भी है और सुप्रीम कोर्ट दे विच ये भी गल कही गई आ कि इन्हां दी पहचान नूं गुप्त रखिया जावे। 28 मई की तरीक पई आ, उस दिन देखते हैं कि मामला किहड़े पासे नूं जांदा, की उदों तक दिल्ली पुलिस FIR दर्ज कर दूगी। पुलिस किस तरह बायस ढंग दे नाल किस तरह एक तरफा कार्रवाई करती है, उहदी मैं तुहानूं एक उदाहरण दिना, तुसीं सुण के हैरान हो जाओगे। राहुल गांधी ने पिछले दिनों के विच भारत जोड़ो यात्रा की और वो श्रीनगर दे विच जाके खत्म हुंदी आ। श्रीनगर दे विच 30 जनवरी नूं एक भाषण दिंदे ने, उत्थे वो दसदे ने, सारे लोकां नूं संबोधन कर रहे हुंदे आ। वो कहंदे इस भारत जोड़ो यात्रा के दौरान जदों उन्होंने लगभग 3500 किलोमीटर के करीब पैदल यात्रा की, उस दौरान मैनूं बहुत सारियां औरतां मिलियां जिन्हां ने कहा कि साडे नाल सानू किसी तरह एक्सप्लॉइट किया जाता, साडे नाल रेप हुंदे ने, पर सानू कोई जस्टिस दिवाउण वाला नहीं। इस तरह दी उन्होंने कई उदाहरणा दित्तियां। कहंदे मेरा दिल सुन के, ये सारा कुछ सुन के बहुत मैनू दुख होया। ये जदों मामला आ गया तो भारतीय जनता पार्टी नूं लगा कि साडी तां इहदे नाल बड़ी एक तरह की बेइज्जती होगी। उन्होंने राहुल गांधी के घरे दिल्ली पुलिस भेजती। हुण तुसीं देखो, एक बयान दे रहे ने वो, पर इत्थे जाके दिल्ली पुलिस का रवैया बिल्कुल ही डिफरेंट हो जाता। 15 मार्च नूं, 16 मार्च नूं, 19 मार्च नूं 3 वारी राहुल गांधी के घरे दिल्ली पुलिस पहुँचती आ, ये पुछण लई कि सानू उन्हां औरतां दे नां दसो जिन्हां दे तुसीं नां लए आ, जिन्हां नूं उत्पीड़न किया जा रहा, जिन्हां दी सैक्सुअली जिन्हां नूं एक्सप्लॉइट किया जा रहा, जिन्हां ने कहा कि साडे नाल रेप होए ने, असीं उन्हां नूं इंसाफ दिवाउणा चाहुंदे आ। कोई कंप्लेंट नहीं हुई, पर रैसलर्स कंप्लेंट करते हैं, फिर भी नहीं कुछ करते। इत्थे एक राहुल गांधी बयान दिंदे आ, उत्थे भज के दिल्ली पुलिस पहुंच जाती है। कारण ये नहीं सी कि उन्होंने इंसाफ दिवाउणा सी, कारण ये सी कि उन्होंने राहुल गांधी नूं किते ना किते एम्बैरस करना सी। यही एग्जाम्पल नहीं, एक एग्जाम्पल तुहानूं मैं होर दिना। श्रीनिवास बीवी, ये कांग्रेस के प्रेजिडेंट ने, यूथ कांग्रेस के प्रेजिडेंट ने और करनाटक तो आउंदे ने। इन्हां दे खिलाफ अंकिता दत्ता, ये पहला कांग्रेस दे विच ही सी, इस ने 19 अप्रैल नूं एक मामला असाम दे विच दिसपुर, उत्थे एक मामला दर्ज करवाता। कहंदे श्रीनिवास बीवी ने मेरे नाल बदतमीजी की है या एक तरह का मेरे नाल ठीक व्यवहार नहीं किया और ये नाल मेरी मोडेस्टी जिहड़ी आ वो आउटरेज हुई है, यानी कि ये नाल मैं बेइज्जती महसूस की है। एक तरह की तुसीं इहनूं भी सैक्सुअल एक्सप्लॉइटेशन का मामला मान सकते हो। 19 अप्रैल नूं असाम दे विच हुंदी है, असाम की पुलिस 23 अप्रैल नूं बेंगलौर पहुंच जाती है। यानी कि तुसीं देखो, जिथे भारतीय जनता पार्टी की सरकार है, जिथे कांग्रेस का कोई व्यक्ति आ जे, उत्थे इक्को दम ये कितनी एक्टिव हो जाती है। पर जदों अपना यानी कि भारतीय जनता पार्टी का, रूलिंग पार्टी का
ਕੇਂਦਰ ਸਰਕਾਰ ਦੇ ਵਿੱਚ ਕੋਈ ਵਿਅਕਤੀ ਆ ਜੇ ਜਾਂ ਕੋਈ MP ਜਾਂ MLA ਆ ਜੇ, ਉਸ ਵਕਤ ਦਿੱਲੀ ਪੁਲਿਸ ਨੂੰ ਬ੍ਰੇਕਾਂ ਲੱਗ ਜਾਂਦੀਆਂ, ਫਿਰ ਨਹੀਂ ਇਹ ਕੰਮ ਕਰਦੀ। ਇਸ ਦੀਆਂ ਇਹ ਉਦਾਹਰਨਾਂ ਨੇ। ਭਾਰਤੀ ਫੌਜ ਤੇ ਚੀਨ ਦੀ ਫੌਜ ਦੇ ਵਿੱਚ ਆਪਸ ਦੇ ਵਿੱਚ 23 ਅਪ੍ਰੈਲ ਨੂੰ ਦੁਬਾਰਾ ਗੱਲਬਾਤ ਹੁੰਦੀ ਹੈ। ਇਹ 18ਵੇਂ ਗੇੜ ਦੀ ਗੱਲਬਾਤ ਸੀ, ਲੇਕਿਨ ਇਹ ਗੱਲਬਾਤ ਵੀ ਬਿਨਾਂ ਕਿਸੇ ਸਿੱਟੇ ਤੋਂ ਖਤਮ ਹੋ ਗਈ। ਦਰਅਸਲ ਲਾਈਨ ਆਫ ਐਕਚੁਅਲ ਕੰਟਰੋਲ ਇਹ ਪੂਰਬੀ ਲਦਾਖ ਦਾ ਉਹ ਹਿੱਸਾ, ਔਰ ਇੱਥੇ ਲਗਭਗ ਪਿਛਲੀ ਗਰਮੀਆਂ ਤੋਂ ਸਨ 2020 ਤੋਂ ਇਹ ਆਪਸ ਦੇ ਵਿੱਚ ਇੰਡੀਅਨ ਆਰਮੀ ਦਾ ਤੇ ਪੀਪਲਜ਼ ਲਿਬਰੇਸ਼ਨ ਆਰਮੀ, ਜਿਹਨੂੰ ਚੀਨ ਦੀ ਆਰਮੀ ਆਪਾਂ ਕਹਿ ਦਿੰਦੇ ਆ, ਉੱਥੋਂ ਦੀ ਫੌਜ ਆ, ਆਪਸ ਦੇ ਵਿੱਚ ਜਿਹੜਾ ਟਕਰਾਅ ਉਹ ਲਗਾਤਾਰ ਚੱਲਦਾ ਆ ਰਿਹਾ। ਹਜੇ ਤੱਕ ਵੈਸੇ ਭਾਰਤ ਸਰਕਾਰ ਨੇ ਨਾ ਤਾਂ ਇਸ ਉੱਤੇ ਕਦੇ ਖੁੱਲ੍ਹ ਕੇ ਬਿਆਨ ਦਿੱਤਾ ਤੇ ਨਾ ਹੀ ਪਾਰਲੀਮੈਂਟ ਦੇ ਵਿੱਚ ਇਸ ਉੱਤੇ ਡਿਸਕਸ਼ਨ ਕੀਤੀ ਆ। 23 ਅਪ੍ਰੈਲ ਨੂੰ ਆਪਸ ਦੇ ਵਿੱਚ ਮੁਲਾਕਾਤ ਜ਼ਰੂਰ ਹੁੰਦੀ ਆ, ਔਰ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਇਸ ਤਰ੍ਹਾਂ ਦੇ ਪੈਟਰੋਲਿੰਗ ਪੁਆਇੰਟਸ ਨੇ ਘੱਟੋ ਘੱਟ 65 ਪੈਟਰੋਲਿੰਗ ਪੁਆਇੰਟਸ ਨੇ ਜਿੱਥੇ ਇੰਡੀਅਨ ਆਰਮੀ ਜਾ ਸਕਦੀ ਸੀ। ਔਰ ਇਹ ਜਿਹੜੀ ਮੀਟਿੰਗ ਹੋਈ ਆ ਇਹ ਸੀਨੀਅਰ ਕਮਾਂਡਰ ਸੀ ਇੰਡੀਅਨ ਆਰਮੀ ਦੇ, ਤੇ ਜਿਸ ਤਰ੍ਹਾਂ ਪੀਪਲਜ਼ ਲਿਬਰੇਸ਼ਨ ਆਰਮੀ ਆ ਉਹਨਾਂ ਦੇ ਵੀ ਸਾਰੇ ਅਫਸਰ ਉੱਥੇ ਪਹੁੰਚੇ ਸੀ। 65 ਇਸ ਤਰ੍ਹਾਂ ਦੇ ਪੁਆਇੰਟਸ ਨੇ, ਔਰ ਉਹਨਾਂ ਚੋਂ 26 ਇਸ ਤਰ੍ਹਾਂ ਦੇ ਪੁਆਇੰਟਸ ਨੇ ਜਿੱਥੇ ਸਾਡੀਆਂ ਭਾਰਤੀ ਫੌਜਾਂ ਜਾ ਨਹੀਂ ਸਕਦੀਆਂ। ਇਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਵੀ ਆਇਆ ਸੀ, ਔਰ ਇਹ ਮਾਮਲਾ ਕਾਂਗਰਸ ਨੇ ਵੀ ਉਠਾਇਆ ਸੀ। ਇਸ ਮੀਟਿੰਗ ਨੂੰ ਲੈ ਕੇ ਆਪਸ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ ਇੱਕ ਮੀਟਿੰਗ ਬੀਜਿੰਗ ਦੇ ਵਿੱਚ ਵੀ ਹੋਈ ਸੀ। ਇਸੇ ਕਰਕੇ ਇਹ 18ਵੇਂ ਗੇੜ ਦੀ ਜਿਹੜੀ ਗੱਲਬਾਤ ਆ ਉਹ ਰੱਖੀ ਗਈ ਸੀ। ਅੱਛਾ, ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਦਿਪਸਾਂਗ ਪਲੇਨਸ ਨੇ, ਇਹ ਵੈਲੀ ਆ, ਇੱਥੇ ਵੀ 5 ਇਸ ਤਰ੍ਹਾਂ ਦੇ ਪੈਟਰੋਲਿੰਗ ਪੁਆਇੰਟਸ ਨੇ ਜਿਨ੍ਹਾਂ ਬਾਰੇ ਇਹ ਸਾਰੀ 18ਵੇਂ ਗੇੜ ਦੀ ਜਿਹੜੀ ਗੱਲਬਾਤ ਸੀ ਉਸ ਤੇ ਫੋਕਸ ਰਿਹਾ, ਪਰ ਨਤੀਜਾ ਕੋਈ ਨਹੀਂ ਨਿਕਲਿਆ। ਦਰਅਸਲ ਨਤੀਜਾ ਜਦੋਂ ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿਉਂਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਬਿਆਨ ਤਾਂ ਆਉਂਦਾ, ਉਹ ਕਹਿੰਦੇ ਨੇ ਦੇਖੋ ਜੀ ਆਪਸ ਦੇ ਵਿੱਚ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਗੱਲਬਾਤ ਹੋਈ, ਅਸੀਂ ਪੀਸ ਦੀ ਗੱਲ ਕੀਤੀ, ਅਸੀਂ ਟ੍ਰੈਂਕੁਇਲਿਟੀ ਦੀ ਗੱਲ ਕੀਤੀ, ਯਾਨੀ ਕਿ ਆਪਸ ਦੇ ਵਿੱਚ ਸਦਭਾਵਨਾ ਬਣੀ ਰਹੇ। ਪਰ ਇਹ ਜਿਹੜਾ ਬਿਆਨ ਸੀ ਕੇਵਲ ਇੱਕ ਤਰਫਾ ਆਇਆ। ਆਮ ਤੌਰ ਤੇ ਜਦੋਂ ਦੋ ਮੁਲਕ ਗੱਲ ਕਰਦੇ ਨੇ ਤਾਂ ਇੱਕ ਜੁਆਇੰਟ ਸਟੇਟਮੈਂਟ ਆਉਂਦੀ ਆ, ਇੱਥੇ ਕਿਸੇ ਤਰ੍ਹਾਂ ਦੀ ਕੋਈ ਜੁਆਇੰਟ ਸਟੇਟਮੈਂਟ ਨਹੀਂ ਆਈ। ਇੱਥੋਂ ਵੀ ਪਤਾ ਲੱਗਦਾ। ਔਰ ਤੁਹਾਨੂੰ ਮੈਂ ਇਹ ਵੀ ਦੱਸਦਾ ਇਹ ਜਿਹੜੀ ਪੈਟਰੋਲਿੰਗ ਸਟੇਸ਼ਨ ਦੀ ਗੱਲ ਬਾਹਰ ਕਦੋਂ ਆਉਂਦੀ ਆ। ਦਰਅਸਲ ਲੇਹ ਦੇ ਇੱਕ SP ਨੇ, ਉਹਨਾਂ ਨੇ ਜਨਵਰੀ ਦੇ ਮਹੀਨੇ ਦੇ ਵਿੱਚ ਇੱਕ ਪ੍ਰੈਜੈਂਟੇਸ਼ਨ ਦਿੱਤੀ, ਔਰ ਜਿਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸੀ, ਉਹਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸੀ, ਔਰ ਨਾਲ ਹੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਵੀ ਮੌਜੂਦ ਸੀ। ਉੱਥੇ ਹੀ ਇਸ SP ਨੇ ਇਹ ਖੁਲਾਸਾ ਕੀਤਾ ਕਿ ਇਸ ਤਰ੍ਹਾਂ ਦੇ 26 ਪੁਆਇੰਟਸ ਨੇ ਜਿੱਥੇ ਅਸੀਂ ਪੈਟਰੋਲਿੰਗ ਕਰਨ ਨਹੀਂ ਜਾ ਸਕਦੇ। ਉਸ ਤੋਂ ਬਾਅਦ ਇਹ ਗੱਲ ਚੱਲੀ ਆ, ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਰਾਹੁਲ ਗਾਂਧੀ ਨੇ ਵੀ ਇਸ ਉੱਤੇ ਬਿਆਨ ਦਿੱਤੇ ਸੀ, ਕਾਂਗਰਸ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਔਰ ਰਾਹੁਲ ਗਾਂਧੀ ਤਾਂ ਅੱਜ ਵੀ ਕਹਿ ਰਹੇ ਨੇ ਕਿ ਲਗਭਗ 2000 ਸਕੁਅਰ ਕਿਲੋਮੀਟਰ ਦਾ ਏਰੀਆ ਚੀਨ ਦੇ ਕਬਜ਼ੇ ਦੇ ਵਿੱਚ ਆ। ਪਰ ਉਸ ਉੱਤੇ ਹਜੇ ਤੱਕ ਉਹ ਇਹ ਵੀ ਕਹਿੰਦੇ ਨੇ ਕਿ ਨਾ ਤਾਂ ਪ੍ਰਾਈਮ ਮਿਨਿਸਟਰ ਦਾ ਤੇ ਨਾ ਹੀ ਕਿਸੇ ਹੋਰ ਸੀਨੀਅਰ ਵਿਅਕਤੀ ਦਾ, ਨਾ ਹੀ ਡਿਫੈਂਸ ਮਿਨਿਸਟਰ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਉਂਦਾ, ਔਰ ਨਾ ਹੀ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਸਕਸ਼ਨ ਕੀਤੀ ਜਾਂਦੀ ਹੈ। ਸੋ ਇਸ ਤੋਂ ਤੁਸੀਂ ਬਿਹਤਰ ਸਮਝ ਸਕਦੇ ਹੋ ਕਿ ਇਹ ਮਾਮਲਾ ਹੁਣ ਕਿਹੜੇ ਪਾਸੇ ਨੂੰ ਜਾ ਰਿਹਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।